ਜਦੋਂ ਅਸੀਂ ਕਿਸੇ ਡਾਕਟਰ ਕੋਲ ਸਲਾਹ ਲੈਣ ਦੇ ਲਈ ਜਾਂਦੇ ਹਾਂ, ਸਭ ਤੋਂ ਪਹਿਲਾਂ ਡਾਕਟਰ ਸਾਡੀ ਬਿਮਾਰੀ ਨੂੰ ਪਹਿਚਾਨਣ ਦੇ ਲਈ ਸਿੰਪਟਮਸ ਜਾਂ ਕਿ ਬਿਮਾਰੀ ਦੇ ਲੱਛਣ ਪੁੱਛਦਾ ਹੈ। ਉਸ ਨੂੰ ਪੂਰੀ ਤਰ੍ਹਾਂ ਸਮਝਣ ਦੇ ਲਈ ਡਾਇਗਨੋਸ ਕਰਦਾ ਹੈ ਤਾਂ ਕਿ ਉਹ ਸਾਡਾ ਇਲਾਜ ਸਹੀ ਤਰੀਕੇ ਨਾਲ ਕਰ ਸਕੇ, ਨਾ ਕਿ ਉਹ ਸਾਨੂੰ ਕਲੀਨਿਕ ਵਿੱਚ ਮੁਲਾਕਾਤ ਦੀ ਸ਼ੁਰੂਆਤ ਵਿੱਚ ਹੀ ਆਪਣੀ ਦਵਾਈ ਪ੍ਰਿਸਕ੍ਰਾਈਬ ਜਾਂ ਨਿਰਧਾਰਿਤ ਕਰ ਦਿੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਸਟੀਵਨ ਆਰ ਕੋਵੀ ਦੀ ਪਪੂਲਰ ਬੁੱਕ ਦ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਦੇ ਵਿੱਚ ਦੱਸੀ 5th ਹੈਬਿਟ ਸੀਕ ਫਸਟ ਟੂ ਅੰਡਰਸਟੈਂਡ ਦੈਨ ਟੂ ਅੰਡਰਸਟੂਡ ਦੇ ਬਾਰੇ। ਸਟੀਵਨ ਆਰ ਕੋਵੀ ਦੇ ਮੁਤਾਬਿਕ ਕਮਿਊਨੀਕੇਸ਼ਨ ਜਾਂ ਵਿਚਾਰ ਵਟਾਂਦਰੇ ਦੇ ਵਿੱਚ ਸਭ ਤੋਂ ਜ਼ਰੂਰੀ ਪੱਖ ਹੁੰਦਾ ਹੈ ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਜਾਂ ਸਥਿਤੀ ਨੂੰ ਸਮਝਣਾ, ਕਿਉਂਕਿ ਕਮਿਊਨੀਕੇਸ਼ਨ ਦੇ ਦੌਰਾਨ ਮੂਲ ਰੂਪ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਹੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਫਿਜ਼ੀਸ਼ੀਅਨ, ਲਾਇਰ, ਕੰਸਲਟੈਂਟ ਜਾਂ ਹੋਰ ਕਿਸੇ ਵੀ ਪ੍ਰੋਫੈਸ਼ਨ ਜਾਂ ਪੇਸ਼ੇਵਰ ਦੇ ਕੋਲ ਸਲਾਹ ਲੈਣ ਦੇ ਲਈ ਜਾਂਦੇ ਹਾਂ, ਉਹ ਸਭ ਤੋਂ ਪਹਿਲਾਂ ਸਾਡੇ ਵਿਚਾਰਾਂ ਨੂੰ ਸੁਣ ਕੇ ਸਾਡੇ ਸਰੀਰ ਦੇ ਦਰਦ, ਸਾਡੇ ਲੀਗਲ ਕੇਸ ਦੀ ਡਿਟੇਲਸ ਅਤੇ ਪ੍ਰੋਬਲਮ ਨੂੰ ਸਮਝਣ ਤੋਂ ਬਾਅਦ ਹੀ ਆਪਣੀ ਸਲਾਹ ਸਾਨੂੰ ਦਿੰਦੇ ਹਨ। ਪਰ ਆਮ ਜ਼ਿੰਦਗੀ ਵਿੱਚ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਕਈ ਵਾਰ ਅਸੀਂ ਦੂਸਰੇ ਨੂੰ ਸਮਝਦੇ ਹੀ ਨਹੀਂ, ਬਲਕਿ ਆਪਣੀ ਸਲਾਹ ਨੂੰ ਉਸਦੇ ਉੱਪਰ ਥੋਪਣ ਦੇ ਲਈ ਕਮਿਊਨੀਕੇਟ ਕਰ ਰਹੇ ਹੁੰਦੇ ਹਾਂ ਤਾਂ ਕਿ ਅਸੀਂ ਉਹਨਾਂ ਨੂੰ ਮੈਨੂਪੂਲੇਟ ਕਰ ਸਕੀਏ, ਪ੍ਰਭਾਵਿਤ ਕਰ ਸਕੀਏ ਜਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਸਕੀਏ। ਸਟੀਵਨ ਆਰ ਕੋਵੀ ਦੇ ਮੁਤਾਬਿਕ ਜਦੋਂ ਅਸੀਂ ਕਿਸੇ ਦੀ ਵੀ ਗੱਲ ਸੁਣ ਰਹੇ ਹੁੰਦੇ ਹਾਂ ਤੇ ਅਸੀਂ ਲਗਭਗ ਇਹਨਾਂ 5 ਤਰ੍ਹਾਂ ਦੇ ਲੈਵਲ ਤੇ ਹੁੰਦੇ ਹਾਂ। ਪਹਿਲਾ, ਇਗਨੋਰ, ਅਸੀਂ ਸਾਹਮਣੇ ਵਾਲੇ ਨੂੰ ਸੁਣਦੇ ਹੀ ਨਹੀਂ ਹਾਂ। ਦੂਸਰਾ, ਪ੍ਰੀਟੈਂਡ ਟੂ ਲਿਸਨ, ਜਿਸ ਵਿੱਚ ਅਸੀਂ ਸਿਰਫ ਸੁਣਨ ਦਾ ਦਿਖਾਵਾ ਕਰ ਰਹੇ ਹੁੰਦੇ ਹਾਂ। ਤੀਸਰਾ, ਸਿਲੈਕਟਿਵਲੀ ਲਿਸਨਿੰਗ, ਜਿਸ ਵਿੱਚ ਅਸੀਂ ਸਿਰਫ ਕੁਝ ਕੁ ਚੁਣਿੰਦਾ ਵਿਚਾਰਾਂ ਤੇ ਧਿਆਨ ਦੇ ਰਹੇ ਹੁੰਦੇ ਹਾਂ। ਚੌਥਾ, ਅਟੈਂਟਿਵਲੀ ਲਿਸਨਿੰਗ, ਜਿਸ ਵਿੱਚ ਅਸੀਂ ਬਹੁਤ ਧਿਆਨ ਦੇ ਨਾਲ ਸੁਣਦੇ ਤੇ ਹਾਂ ਪਰ ਅਜੇ ਵੀ ਅਸੀਂ ਆਪਣੇ ਦਿਮਾਗ ਜਾਂ ਆਪਣੇ ਖਿਆਲਾਂ ਦੇ ਵਿੱਚ ਹੀ ਹੁੰਦੇ ਹਾਂ। ਤੇ ਪੰਜਵਾਂ ਹੈ ਐਮਪੈਥੈਟਿਕ ਲਿਸਨਿੰਗ, ਇਸ ਵਿੱਚ ਅਸੀਂ ਆਪਣੇ ਦਿਲੋਂ ਦਿਮਾਗ ਚੋਂ ਨਿਕਲ ਕੇ ਸਾਹਮਣੇ ਵਾਲੇ ਦੇ ਦਿਲੋਂ ਦਿਮਾਗ ਅਤੇ ਹਾਲਾਤਾਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤਰੀਕੇ ਦੇ ਨਾਲ ਅਸੀਂ ਵਾਰਤਾਲਾਪ ਦਾ ਸਭ ਤੋਂ ਇਫੈਕਟਿਵ ਜਾਂ ਕਿ ਕਾਰਗਰ ਤਰੀਕੇ ਨਾਲ ਲਾਹਾ ਕੱਢਦੇ ਹਾਂ। ਅੰਗਰੇਜ਼ੀ ਦੀ ਕਹਾਵਤ ਹੈ, ਯੂ ਕਾਂਟ ਕਮ ਆਊਟ ਆਫ ਯੂ, ਯੂ ਹੈਵ ਟੂ ਕਮ ਆਊਟ ਆਫ ਮੀ ਐਂਡ ਰਿਫਲੈਕਟ ਕੰਪਲੀਟਲੀ। ਐਲਬਰਟ ਮਹਿਰਾਬਿਨ, ਜੋ ਕਿ ਇੱਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਸਾਈਕੋਲੋਜੀ ਦੇ ਪ੍ਰੋਫੈਸਰ ਹਨ, ਉਹਨਾਂ ਦੀ ਮਸ਼ਹੂਰ ਕਿਤਾਬ ਸਾਇਲੈਂਟ ਮੈਸੇजेस ਵਿੱਚ ਉਹਨਾਂ ਨੇ ਇਹ ਦਰਸਾਇਆ ਕਿ ਸਾਡੇ ਬੋਲ ਚਾਲ ਵਿੱਚ ਸਾਡੇ ਅੱਖਰਾਂ ਦੀ ਮਹੱਤਵਤਾ ਸਿਰਫ 7% ਹੁੰਦੀ ਹੈ ਔਰ ਬਾਕੀ 93% ਨਾਨ ਵਰਬਲ ਜਾਂ ਕਿ ਸੰਕੇਤਕ ਹੁੰਦਾ ਹੈ, ਜਿਸ ਵਿੱਚ ਆਉਂਦਾ ਹੈ ਸਾਡੇ ਬੋਲਣ ਦੀ ਟੋਨ ਜਾਂ ਕਿ ਲਹਿਜ਼ਾ ਹੋਰ ਤਰੀਕਾ ਅਤੇ ਸਾਡੀ ਬਾਡੀ ਲੈਂਗੁਏਜ। ਇੱਕ ਬਰਫ਼ ਦੇ ਪਹਾੜ ਦੇ ਨਿਆਈ ਸਾਡੇ ਅਕਸ਼ਰ ਦਰਸਾਉਂਦੇ ਹਨ ਸਿਰਫ 7% ਹਿੱਸਾ, ਜਦੋਂ ਕਿ 93% ਕਮਿਊਨੀਕੇਸ਼ਨ ਦਾ ਹਿੱਸਾ ਸਾਨੂੰ ਨਜ਼ਰ ਵੀ ਨਹੀਂ ਆਉਂਦਾ ਹੈ, ਜੋ ਸਾਡੀ ਮਨਸ਼ਾ ਅਤੇ ਵਿਚਾਰਾਂ ਦੇ ਉਦੇਸ਼ ਦਾ ਮੂਲ ਹੁੰਦਾ ਹੈ। ਅਕਸਰ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ, ਅਸੀਂ ਆਟੋਬਾਇਓਗ੍ਰਾਫੀਕਲ ਅਪਰੋਚ ਜਾਂ ਕਿ ਆਪਣੀ ਜੀਵਨੀ ਤੋਂ ਪ੍ਰਭਾਵਿਤ ਵਿਚਾਰਧਾਰਾ ਲਗਾਉਂਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਸਮਝੇ ਬਗੈਰ, ਉਹਨਾਂ ਦੀ ਫੀਲਿੰਗ ਨੂੰ ਸਮਝੇ ਬਗੈਰ ਆਪਣੀ ਜੀਵਨੀ ਦੇ ਵਿਚਾਰ ਉਹਨਾਂ ਦੇ ਉੱਤੇ ਥੋਪਦੇ ਹਾਂ। ਭਾਵੇਂ ਸਾਡੀ ਮਨਸ਼ਾ ਹੋਰ ਭਾਵਨਾ ਉੱਚੀ ਅਤੇ ਸੁੱਚੀ ਵੀ ਹੋਵੇ, ਤਾਂ ਵੀ ਉਹਨਾਂ ਦੇ ਨਾਲ ਸਾਂਝ ਕਰਦਿਆਂ ਸਾਡੀ ਦੂਰੀ ਵੱਧਦੀ ਹੀ ਜਾਂਦੀ ਹੈ। ਆਟੋਬਾਇਓਗ੍ਰਾਫੀ ਤਰੀਕੇ ਨੂੰ ਇਸਤੇਮਾਲ ਕਰਦਿਆਂ ਅਸੀਂ ਜਾਂ ਤੇ ਇਵੈਲੂਏਟ ਕਰ ਰਹੇ ਹੁੰਦੇ ਹਾਂ, ਜਿਸ ਵਿੱਚ ਸਹਿਮਤ ਜਾਂ ਅਸਹਿਮਤ ਹੁੰਦੇ ਹਾਂ, ਜਾਂ ਪ੍ਰੋਬ ਕਰ ਰਹੇ ਹੁੰਦੇ ਹਾਂ, ਜਿਸ ਵਿੱਚ ਆਪਣੇ ਸਵਾਲਾਂ ਦੇ ਨਾਲ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਜਾਂ ਐਡਵਾਈਸ ਕਰ ਰਹੇ ਹੁੰਦੇ ਹਾਂ, ਜਿਸ ਵਿੱਚ ਅਸੀਂ ਆਪਣੇ ਤਜਰਬੇ ਮੁਤਾਬਿਕ ਉਹਨਾਂ ਨੂੰ ਸਲਾਹ ਦਿੰਦੇ ਹਾਂ, ਤੇ ਜਾਂ ਇੰਟਰਪ੍ਰੈਟ ਕਰਦੇ ਹਾਂ ਉਹਨਾਂ ਦੇ ਬਿਹੇਵੀਅਰ, ਮੋਟਿਵ ਆਪਣੇ ਖਿਆਲਾਂ ਮੁਤਾਬਿਕ। ਪਰ ਇਹਨਾਂ ਸਭ ਵਿੱਚ ਉਹਨਾਂ ਦੀ ਅਸਲੀ ਅੰਡਰਸਟੈਂਡਿੰਗ ਨੂੰ ਛੂ ਨਹੀਂ ਪਾਉਂਦੇ ਹਾਂ। ਗੁਰੂ ਸਾਹਿਬ ਬਾਣੀ ਵਿੱਚ ਫਰਮਾਉਂਦੇ ਹਨ, ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਦਰ ਦਰਦ ਨਾ ਪਾਈ। ਜਦੋਂ ਤੱਕ ਅਸੀਂ ਆਪਣੀ ਮਨੋਸਥਿਤੀ ਸਾਹਮਣੇ ਵਾਲੇ ਦੇ ਹਾਲਾਤਾਂ ਵਿੱਚ ਨਹੀਂ ਲਿਜਾਉਂਦੇ ਹਾਂ, ਅਸੀਂ ਉਹਨਾਂ ਨੂੰ ਸਮਝਣ ਵਿੱਚ ਨਾਕਾਮਯਾਬ ਰਹਾਂਗੇ ਤੇ ਇਹੀ ਕਮਿਊਨੀਕੇਸ਼ਨ ਦਾ ਮੂਲ ਭਾਵ ਹੈ। ਕਾਰਪੋਰੇਟ ਵਰਲਡ ਦੀ ਦੁਨੀਆ ਵਿੱਚ ਵੀ ਅਸੀਂ ਨਵੇਂ ਸੇਲਜ਼ਮੈਨ ਨੂੰ ਦੇਖਦੇ ਹਾਂ ਜੋ ਸਿਰਫ ਸੇਲਜ਼ ਨੂੰ ਕਲੋਜ਼ ਕਰਨ ਵੱਲ ਧਿਆਨ ਦਿੰਦੇ ਹਨ, ਜਦੋਂ ਕਿ ਇੱਕ ਪ੍ਰੋਫੈਸ਼ਨਲ ਜਾਂ ਪੇਸ਼ੇਵਰ ਲੋਕ ਗ੍ਰਾਹਕ ਨੂੰ ਸੋਲੂਸ਼ਨ ਜਾਂ ਕਿ ਸਮਾਧਾਨ ਅਤੇ ਉਹਨਾਂ ਦੀ ਸਮੱਸਿਆ ਦਾ ਨਿਵਾਰਨ ਕਰਨ ਵੱਲ ਤਵੱਜੋ ਦਿੰਦੇ ਹਨ। ਐਮਪੈਥੀ ਜਾਂ ਕਿ ਹਮਦਰਦੀ ਦੇ ਵਿਚਾਰ ਨੂੰ ਹੋਰ ਗਹਿਰਾਈ ਨਾਲ ਸਮਝਾਉਂਦੇ ਹਾਂ। ਸਟੀਵਨ ਆਰ ਕੋਵੀ ਇੱਕ ਟਰਾਂਸਲੇਟਰ ਜਾਂ ਕਿ ਅਨੁਵਾਦਕ ਦੇ ਉਦਾਹਰਣ ਨੂੰ ਦਰਸਾਉਂਦੇ ਹਨ। ਜਿਸ ਤਰ੍ਹਾਂ ਇੱਕ ਅਨੁਵਾਦਕ ਸਿਰਫ ਤੇ ਸਿਰਫ
ਬੋਲਣ ਵਾਲੇ ਦੇ ਅੱਖਰਾਂ ਦਾ ਹੋਰ ਭਾਵਨਾ ਦਾ ਅਨੁਵਾਦ ਕਰਦਾ ਹੈ ਔਰ ਆਪਣੇ ਕਿਸੇ ਵੀ ਵਿਚਾਰ ਨੂੰ ਅਨੁਵਾਦ ਵਿੱਚ ਨਹੀਂ ਲਿਆਂਦਾ ਹੈ। ਹੂਬਹੂ ਇਸੇ ਤਰੀਕੇ ਨਾਲ ਸਾਨੂੰ ਵੀ ਕਮਿਊਨੀਕੇਸ਼ਨ ਦੇ ਦੌਰਾਨ ਸਾਹਮਣੇ ਵਾਲੇ ਦੇ ਅੱਖਰਾਂ ਨੂੰ, ਭਾਵਨਾਵਾਂ ਨੂੰ ਅਤੇ ਹਾਵ ਭਾਵ ਨੂੰ ਸਿਰਫ ਸਮਝਣਾ ਚਾਹੀਦਾ ਹੈ, ਆਪਣੇ ਕਿਸੇ ਵੀ ਪਰਸੈਪਸ਼ਨ ਜਾਂ ਅਨੁਭੂਤੀ ਤੋਂ ਬਗੈਰ। ਅੰਗਰੇਜ਼ੀ ਦੀ ਕਹਾਵਤ ਹੈ, The key to listening is with the eyes and the heart। ਐਮਪੈਥੀ ਜਾਂ ਹਮਦਰਦੀ ਦੀ ਰਾਹ ਸਾਨੂੰ ਦੱਸਦੀ ਹੈ ਕਿ ਪਹਿਲਾਂ ਅਸੀਂ ਇੰਪ੍ਰੈਸ ਹੋਣਾ ਹੈ, ਉਸ ਤੋਂ ਬਾਅਦ ਹੀ ਕਿਸੇ ਦੀ ਸਹਾਇਤਾ ਕੀਤੀ ਜਾ ਸਕਦੀ ਹੈ। ਹਮਦਰਦੀ ਵਿੱਚ ਪਹਿਲਾਂ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਦੇ ਹਾਂ, ਫਿਰ ਉਸ ਤੋਂ ਬਾਅਦ ਦੂਸਰਿਆਂ ਨੂੰ ਕੋਈ ਸਲਾਹ ਦਿੰਦੇ ਹਾਂ। ਆਪਣੇ ਕਸਟਮਰਸ ਦੇ ਲਈ ਅਸੀਂ ਪਹਿਲਾਂ ਉਹਨਾਂ ਦੀ ਜ਼ਰੂਰਤ ਸਮਝਦੇ ਹਾਂ, ਉਹਨਾਂ ਦੇ ਲਈ ਸਰਵੇ ਕਰਦੇ ਹਾਂ ਅਤੇ ਉਸ ਤੋਂ ਬਾਅਦ ਕਿਸੇ ਪ੍ਰੋਡਕਟ ਨੂੰ ਕ੍ਰੀਏਟ ਕਰਦੇ ਹਾਂ ਜੋ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰ ਸਕੇ। ਅਤੇ ਦੂਸਰਿਆਂ ਦੇ ਅੱਖਰ ਹੋਰ ਭਾਵਨਾਵਾਂ ਨੂੰ ਸਮਝਣ ਦੇ ਲਈ ਅਸੀਂ ਇੱਕ ਟਰਾਂਸਲੇਟਰ ਦੇ ਨਿਆਈ ਸਿਰਫ ਸੀਕ ਟੂ ਅੰਡਰਸਟੈਂਡ ਕਰਦੇ ਹਾਂ ਤਾਂ ਕਿ ਟੂ ਬੀ ਅੰਡਰਸਟੂਡ ਦੀ ਅਵਸਥਾ ਤੱਕ ਪਹੁੰਚਿਆ ਜਾ ਸਕੇ। ਅਸੀਂ ਹੁਣ ਤੱਕ ਆਪਣੀ 7 ਹੈਬਿਟਸ ਦੀ ਸੀਰੀਜ਼ ਦੇ ਅੰਦਰ ਹੈਬਿਟ 1, ਹੈਬਿਟ 2, ਹੈਬਿਟ 3 ਅਤੇ ਹੈਬਿਟ 4 ਆਲਰੇਡੀ ਵਿਚਾਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੇ ਹਨ ਤੇ ਤੁਸੀਂ ਇਹਨਾਂ ਲਿੰਕਸ ਤੇ ਜਾ ਕੇ ਉਹਨਾਂ ਵੀਡੀਓਜ਼ ਨੂੰ ਦੁਬਾਰਾ ਦੇਖ ਸਕਦੇ ਹੋ, ਕਿਉਂਕਿ ਇਹ ਸਾਰੀ ਹੈਬਿਟਸ ਇੱਕ ਤਰਤੀਬ ਵਿੱਚ ਵਿਚਾਰੀਆਂ ਗਈਆਂ ਹਨ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਆਪਣੇ ਇਸ ਸਿੰਘ ਵਿਜ਼ਡਮ ਪਲੇਟਫਾਰਮ ਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਹੋਰ ਪ੍ਰੋਫੈਸ਼ਨਲਸ ਦੇ ਲਈ ਇਸੇ ਤਰੀਕੇ ਦੇ ਐਜੂਕੇਸ਼ਨਲ ਟੌਪਿਕਸ ਦੀਆਂ ਵਿਚਾਰਾਂ ਦੀ ਸਾਂਝ ਕਰਦਾ ਹਾਂ। ਜੇਕਰ ਤੁਸੀਂ ਕੋਈ ਸੁਝਾਅ ਜਾਂ ਸਲਾਹ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਨੀਚੇ ਕਮੈਂਟ ਕਰ ਸਕਦੇ ਹੋ। ਆਮ ਸ਼ੋਰ ਆਪ ਜੀ ਨੂੰ ਇਹ ਸੀਰੀਜ਼ ਪਸੰਦ ਆ ਰਹੀ ਹੋਏਗੀ ਤੇ ਅੱਗੇ ਆਉਣ ਵਾਲੀ ਸੀਰੀਜ਼ ਵੀ ਆਪ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ। ਥੈਂਕਸ ਫॉर ਵਾਚਿੰਗ।